हाँ जी, सत श्री अकाल जी सारिਆਂ ਨੂੰ। नई उड़ान बाय संदीप शर्मा चैनल ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ ਕੁਝ ਕੁਐਸਚਨ ਮੈਨੂੰ ਪਤਾ ਹੈ ਵੀ ਬੱਚਿਆਂ ਨੂੰ ਨਹੀਂ ਮਿਲੇ SST ਮਾਸਟਰ ਕੈਡਰ ਤੋਂ। ਮੈਨੂੰ ਕਾफ़ी फ़ोन आ ਰਹੇ ਸੀ, ਸੋ ਮੈਂ ਵਿਸ਼ਵ ਦਾ ਇਤਿਹਾਸ ਲੈ ਕੇ ਆਇਆ ਤੁਹਾਡੇ ਕੋਲ। ਆਪਣੇ ਨੋਟਸ ਨੇ ਮੇਰੇ ਇਹ। ਸੋ ਮੈਂ ਪਹਿਲਾ ਕੁਐਸਚਨ ਕਰਨ ਜਾ ਰਿਹਾ ਵਿਸ਼ਵ ਦੇ ਇਤਿਹਾਸ ਦਾ, ਅਤੇ ਪਹਿਲਾ ਹੀ ਚੈਪਟਰ ਹੈ ਪੁਨਰ ਜਾਗਰਣ। ਠੀਕ ਹੈ ਜੀ, ਪੁਨਰ ਜਾਗਰਣ ਪਹਿਲਾ ਕੁਐਸਚਨ ਹੈ ਜੀ। ਪੁਨਰ ਜਾਗਰਣ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ? ਪੁਨਰ ਜਾਗਰਣ ਨੂੰ ਅੰਗਰੇਜ਼ੀ ਵਿੱਚ ਰਿਨੈਂਸੇ ਕਿਹਾ ਜਾਂਦਾ ਹੈ। ਰਿਨੈਂਸੇ ਕਿਹਾ ਜਾਂਦਾ ਹੈ। ਰਿਨੈਂਸੇ ਕਿਹੜੀ ਭਾਸ਼ਾ ਦਾ ਸ਼ਬਦ ਹੈ? ਫਰਾਂਸੀ ਭਾਸ਼ਾ ਦਾ ਸ਼ਬਦ ਹੈ। ਰਿਨੈਂਸੇ ਸ਼ਬਦ ਦਾ ਅਰਥ ਕੀ ਹੈ ਜੀ? ਦੁਬਾਰਾ ਜਨਮ ਜਾਂ ਨਵ ਜੀਵਨ। ਰਿਨੈਂਸੇ ਦਾ ਸਮਾਂ ਕਿੰਨਾ ਸੀਗਾ? ਇਹ ਪੁੱਛ ਸਕਦੇ ਜੀ ਪੇਪਰ ਦੇ ਵਿੱਚ। 14ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ। 14ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ। ਅੱਗੇ ਜੀ, ਪੁਨਰ ਜਾਗਰਣ ਦੀ ਸ਼ੁਰੂਆਤ ਕਿੱਥੇ ਮੰਨੀ ਜਾਂਦੀ ਹੈ? ਪੁਨਰ ਜੋ ਜਾਗਰਣ ਦੀ ਸ਼ੁਰੂਆਤ ਹੈ ਉਹ ਇਟਲੀ ਦੇ ਫਲੋਰਸ ਨਗਰ ਤੋਂ ਮੰਨੀ ਜਾਂਦੀ ਹੈ। ਅੱਗੇ ਜੀ, ਪੁਨਰ ਜਾਗਰਣ ਦਾ ਦੂਤ ਕਿਸ ਨੂੰ ਕਿਹਾ ਜਾਂਦਾ ਹੈ? ਪੁਨਰ ਜਾਗਰਣ ਦਾ ਦੂਤ ਜੋ ਮਹਾਨ ਕਵੀ ਹੋਇਆ ਦਾਂਤੇ ਇਟਲੀ ਦਾ, ਉਸ ਨੂੰ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ ਜੀ, ਪੁਨਰ ਜਾਗਰਣ ਤੋਂ ਪਹਿਲਾਂ ਯੂਰਪ ਵਿੱਚ ਕਿਹੜਾ ਅੰਦੋਲਨ ਚੱਲਿਆ? ਕੋਰੋਲਿੰਗੀਅਨ ਪੁਨਰ ਜਾਗਰਣ। ਕਿਹੜਾ ਅੰਦੋਲਨ ਚੱਲਿਆ ਜੀ? ਕੋਰੋਲਿੰਗੀਅਨ ਪੁਨਰ ਜਾਗਰਣ। ਅੱਗੇ ਹੈ ਜੀ, ਕੋਰੋਲਿੰਗੀਅਨ ਅੰਦੋਲਨ ਕਦੋਂ ਸ਼ੁਰੂ ਹੋਇਆ? ਕੋਰੋਲਿੰਗੀਅਨ ਅੰਦੋਲਨ ਯੂਰਪ ਵਿੱਚ 9ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀਗਾ। ਕੋਰੋਲਿੰਗੀਅਨ ਅੰਦੋਲਨ ਦੀ ਪ੍ਰਾਪਤੀ ਕੀ ਸੀ? ਕੋਰੋਲਿੰਗੀਅਨ ਅੰਦੋਲਨ ਦੀ ਪ੍ਰਾਪਤੀ ਕੀ ਸੀ ਜੀ? ਲਾਤੀਨੀ ਭਾਸ਼ਾ ਦਾ ਸਮੁੱਚਾ ਅਧਿਐਨ ਸ਼ੁਰੂ ਹੋਇਆ ਸੀਗਾ। ਲਾਤੀਨੀ ਭਾਸ਼ਾ ਦਾ ਕੀ ਹੋਇਆ ਸੀ ਜੀ? ਸਮੁੱਚਾ ਅਧਿਐਨ ਸ਼ੁਰੂ ਹੋਇਆ ਸੀਗਾ। ਅੱਗੇ ਹੈ ਜੀ, ਯੂਰਪੀ ਇਤਿਹਾਸ ਵਿੱਚ ਸਾਮੰਤਵਾਦ ਦਾ ਪਤਨ ਕਦੋਂ ਹੋਇਆ? ਹਾਂਜੀ, ਇਹਦਾ ਪਤਨ ਹੋਇਆ ਸੀ ਜੀ 14ਵੀਂ ਸਦੀ ਤੋਂ ਬਾਅਦ। 14ਵੀਂ ਸਦੀ ਤੋਂ ਬਾਅਦ। ਅਗਲੇ ਕੁਐਸਚਨ ਕਰਦੇ ਹਾਂ ਆਪਾਂ। ਯੂਰਪ ਵਿੱਚ ਚਰਚ ਦੀ ਸ਼ਕਤੀ ਨੂੰ ਪਹਿਲੀ ਵਾਰ ਸੱਟ ਕਦੋਂ ਵੱਜੀ ਸੀ? ਯੂਰਪ ਵਿੱਚ ਚਰਚ ਦੀ ਸ਼ਕਤੀ ਨੂੰ ਪਹਿਲੀ ਵਾਰ ਸੱਟ ਕਦੋਂ ਲੱਗੀ ਸੀ? ਤਾਂ ਇਹ ਲੱਗੀ ਸੀ ਜੀ 1296 ਵਿੱਚ, ਜਦੋਂ ਫਰਾਂਸ ਦਾ ਸਮਰਾਟ ਫਿਲਿਪ ਚੌਥਾ ਨੇ ਪੋਪ ਨੂੰ ਜੇਲ੍ਹ ਵਿੱਚ ਕੈਦ ਕੀਤਾ ਸੀਗਾ। ਠੀਕ ਹੈ ਜੀ, ਯੂਰਪ ਵਿੱਚ ਚਰਚ ਦੀ ਸ਼ਕਤੀ ਨੂੰ ਪਹਿਲੀ ਵਾਰ ਸੱਟ 1296 ਵਿੱਚ ਲੱਗੀ, ਜਦੋਂ ਫਰਾਂਸ ਦੇ ਸਮਰਾਟ ਨੇ ਫਿਲਿਪ ਚੌਥੇ ਨੇ ਪੋਪ ਨੂੰ ਜੇਲ੍ਹ ਵਿੱਚ ਕੈਦ ਕੀਤਾ ਸੀਗਾ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਰੈਲੀਵੈਂਟ ਕੁਐਸਚਨ ਹੈ ਜੀ ਸਾਰੇ ਇਹ। ਛਾਪੇਖਾਨੇ ਦੀ ਖੋਜ ਕਿਸ ਨੇ ਕੀਤੀ? ਛਾਪੇਖਾਨੇ ਦੀ ਖੋਜ ਕੀਤੀ ਸੀ ਜੀ 1454 ਵਿੱਚ ਜੌਨ ਗੁਟਨਬਰਗ। ਜੌਨ ਗੁਟਨਬਰਗ 1454। ਅੱਗੇ ਹੈ ਜੀ, ਇੰਗਲੈਂਡ ਵਿੱਚ ਪਹਿਲਾ ਛਾਪਾਖਾਨਾ ਕਦੋਂ ਲੱਗਿਆ? 1477 ਵਿੱਚ। 1477 ਵਿੱਚ। ਅੱਗੇ ਹੈ ਜੀ, ਇੰਗਲੈਂਡ ਵਿੱਚ ਪਹਿਲਾ ਛਾਪਾਖਾਨਾ ਕਿੱਥੇ ਅਤੇ ਕਿਸ ਨੇ ਲਗਾਇਆ? ਇਹ ਲਗਾਇਆ ਸੀ ਜੀ ਵੈਸਟਮਿਨਿਸਟਰ ਵਿੱਚ ਵਿਲੀਅਮ ਕੈਕਸਟਨ ਨੇ। ਵੈਸਟਮਿਨਿਸਟਰ ਦੇ ਵਿੱਚ ਵਿਲੀਅਮ ਕੈਕਸਟਨ। ਵੈਸਟਮਿਨਿਸਟਰ ਇੱਕ ਜਗ੍ਹਾ ਦਾ ਨਾਮ ਹੈ ਜੀ। ਵਿਲੀਅਮ ਕੈਕਸਟਨ ਨੇ, ਇਹ ਇਨਸਾਨ ਦਾ ਨਾਮ ਹੈ ਜਿਸ ਨੇ ਸਭ ਤੋਂ ਪਹਿਲਾ ਕਾਰਖਾਨਾ ਇੰਗਲੈਂਡ ਵਿੱਚ ਲਾਇਆ ਸੀ। ਅੱਗੇ ਹੈ ਜੀ, ਕੁਸਤੂਨੀਆ ਕੀ ਸੀਗਾ? ਕੁਸਤੂਨੀਆ ਕੀ ਸੀਗਾ ਜੀ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ। ਪੁਰਾਣੇ ਪੂਰਬੀ ਰੋਮਨ ਸਾਮਰਾਜ ਦੀ ਰਾਜਧਾਨੀ। ਪੁਰਾਣੇ ਪੂਰਬੀ ਰੋਮਨ ਸਾਮਰਾਜ ਦੀ ਰਾਜਧਾਨੀ ਨੂੰ ਕੁਸਤੂਨੀਆ ਕਿਹਾ ਜਾਂਦਾ ਸੀਗਾ। ਕੁਸਤੂਨੀਆ 'ਤੇ ਤੁਰਕਾਂ ਨੇ ਅਧਿਕਾਰ ਕਦੋਂ ਕੀਤਾ? ਕੁਸਤੂਨੀਆ 'ਤੇ ਤੁਰਕਾਂ ਨੇ ਅਧਿਕਾਰ ਕਦੋਂ ਕੀਤਾ? ਇਹ ਕੀਤਾ ਸੀ ਜੀ 1453 ਈਸਵੀ ਵਿੱਚ। 1453 ਈਸਵੀ ਵਿੱਚ। ਅੱਗੇ ਹੈ ਜੀ, ਪੁਨਰ ਜਾਗਰਣ ਦੇ ਉਭਾਰ ਵਿੱਚ ਯੋਗਦਾਨ ਪਾਉਣ ਵਾਲੇ ਸਮਰਾਟ ਕਿਹੜੇ ਸਨ? ਹਾਂਜੀ, ਪੁਨਰ ਜਾਗਰਣ ਦੇ ਉਭਾਰ ਵਿੱਚ ਯੋਗਦਾਨ ਪਾਉਣ ਵਾਲੇ ਸਮਰਾਟ ਸਨ ਫਰਾਂਸ ਦਾ ਸ਼ਾਸਕ ਫਰਾਂਸਿਸ ਪਹਿਲਾ, ਇੰਗਲੈਂਡ ਦਾ ਸਮਰਾਟ ਹੈਨਰੀ 8ਵਾਂ, ਸਪੇਨ ਦਾ ਸਮਰਾਟ ਚਾਰਲਸ 5ਵਾਂ ਅਤੇ ਡੈਨਮਾਰਕ ਦਾ ਕ੍ਰਿਸਚੀਅਨ 7ਵਾਂ। ਠੀਕ ਹੈ ਜੀ। ਅੱਗੇ ਹੈ ਜੀ, ਫਲੋਰਸ ਵਿੱਚ ਪਲੈਟੋ ਦੀ ਫਿਲਾਸਫੀ ਪੜ੍ਹਨ ਲਈ ਅਕੈਡਮੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ? ਫਲੋਰਸ ਨਗਰ ਸੀਗਾ ਜੀ। ਉਸ ਵਿੱਚ ਪਲੈਟੋ ਦੀ ਫਿਲਾਸਫੀ ਪੜ੍ਹਨ ਦੀ ਸ਼ੁਰੂਆਤ ਮੈਡਸੀ ਪਰਿਵਾਰ ਨੇ ਸ਼ੁਰੂ ਕੀਤੀ ਸੀ। ਕਿਸ ਨੇ ਸ਼ੁਰੂ ਕੀਤੀ ਸੀ ਜੀ? ਮੈਡਸੀ ਪਰਿਵਾਰ ਨੇ। ਮਾਈਕਲ ਐਂਜਲੋ ਅਤੇ ਲਿਓਨਾਰਦੋ ਦੀ ਸਰਪ੍ਰਸਤੀ ਕਿਸ ਨੇ ਕੀਤੀ? ਮਾਈਕਲ ਐਂਜਲੋ ਅਤੇ ਲਿਓਨਾਰਦੋ ਦਾ ਵਿੰਸੀ ਦੀ ਸਰਪ੍ਰਸਤੀ ਕਿਸ ਨੇ ਕੀਤੀ ਸੀ? ਇਹ ਕੀਤੀ ਸੀ ਜੀ ਫਲੋਰਸ ਦੇ ਮੈਡਸੀ ਪਰਿਵਾਰ ਨੇ। ਫਲੋਰਸ ਦੇ ਮੈਡਸੀ ਪਰਿਵਾਰ ਨੇ। ਅਗਲਾ ਹੈ ਜੀ ਆਪਣਾ, ਮਾਨਵਤਾਵਾਦ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਮਾਨਵਤਾਵਾਦ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ? ਪੈਟਰਿਕ ਨੂੰ, ਜੋ ਕਿ ਇਟਲੀ ਦਾ ਇੱਕ ਵਸਨੀਕ ਸੀਗਾ। ਪੈਟਰਿਕ ਜੋ ਕਿ ਇਟਲੀ ਦਾ ਇੱਕ ਵਸਨੀਕ ਸੀਗਾ। ਅੱਗੇ ਹੈ ਜੀ, ਮੁਗਲ ਜੇਤੂ ਚੰਗੇਜ਼ ਖਾਂ ਦਾ ਉੱਤਰਾਧਿਕਾਰੀ ਕੌਣ ਸੀਗਾ?
ਮੰਗੋਲ ਜੇਤੂ ਚੰਗੇਜ਼ ਖਾਂ ਦਾ ਉੱਤਰਾਧਿਕਾਰੀ ਕੌਣ ਸੀ? ਕੁਬਲਾਈ ਖਾਨ। ਕੁਬਲਾਈ ਖਾਨ। ਅੱਗੇ ਹੈ ਜੀ ਮੰਗੋਲ ਕਾਲ ਸਮੇਂ ਸੱਭਿਆਚਾਰ ਦਾ ਕੇਂਦਰ ਸਥਾਨ ਕਿਹੜਾ ਸੀਗਾ? ਕੇਂਦਰੀ ਸਥਾਨ ਕਿਹੜਾ ਸੀਗਾ? ਤਾਂ ਇਹ ਸੀਗਾ ਜੀ ਪੀਕਿੰਗ ਅਤੇ ਸਮਰਕੰਦ। ਪੀਕਿੰਗ ਤੇ ਸਮਰਕੰਦ। ਅੱਗੇ ਹੈ ਜੀ ਮਾਰਕ ਪੋਲੋ ਕੌਣ ਸੀਗਾ? ਮਾਰਕ ਪੋਲੋ ਕੌਣ ਸੀ ਜੀ? ਇਟਲੀ ਦਾ ਯਾਤਰੀ ਸੀ ਜੋ 1272 ਵਿੱਚ ਕੁਬਲਈ ਖਾਂ ਦੇ ਦਰਬਾਰ ਵਿੱਚ ਆਇਆ ਸੀ। ਕੁਐਸਚਨ ਇਹ ਵੀ ਪੁੱਛ ਲੈਂਦੇ ਨੇ ਕੁਬਲਈ ਖਾਂ ਦੇ ਦਰਬਾਰ ਵਿੱਚ ਕਿਹੜਾ ਯਾਤਰੀ ਆਇਆ ਸੀ? ਤਾਂ ਉੱਥੇ ਆਨਸਰ ਕੀ ਆਊਗਾ ਜੀ? ਮਾਰਕ ਪੋਲੋ। ਮਾਰਕ ਪੋਲੋ। ਅੱਗੇ ਹੈ ਜੀ ਵੈਟੀਕਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕਿਸ ਨੇ ਕੀਤੀ? ਦੁਨੀਆ ਦੀ ਸਭ ਤੋਂ ਵੱਡੀ ਜੋ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸੀ ਜੀ ਪੋਪ ਨਿਕੋਲਸ ਪੰਜਵੇਂ ਨੇ। ਪੋਪ ਨਿਕੋਲਸ ਪੰਜਵੇਂ ਨੇ 1447 ਤੋਂ 1455 ਦੇ ਵਿਚਕਾਰ। ਅੱਗੇ ਹੈ ਜੀ ਰੋਮ ਨੂੰ ਸਾਹਿਤ ਦੀ ਦੁਨੀਆ ਦੀ ਰਾਜਧਾਨੀ ਕਿਸ ਦੇ ਸਮੇਂ ਕਿਹਾ ਜਾਣ ਲੱਗਾ? ਅਗਲਾ ਕੁਐਸਚਨ ਹੈ ਜੀ ਰੋਮ ਨੂੰ ਸਾਹਿਤ ਦੀ ਦੁਨੀਆ ਦੀ ਰਾਜਧਾਨੀ ਕਿਸ ਦੇ ਸਮੇਂ ਕਿਹਾ ਜਾਣ ਲੱਗਾ? ਤਾਂ ਇਹ ਕਿਹਾ ਜਾਣ ਲੱਗਿਆ ਸੀ ਜੀ ਪੋਪ ਲਿਓ 10ਵੇਂ ਦੇ ਸਮੇਂ। ਪੋਪ ਲਿਓ 10ਵਾਂ। ਪੋਪ ਲਿਓ 10ਵਾਂ। ਠੀਕ ਹੈ ਜੀ। ਅੱਗੇ ਹੈ ਜੀ ਫਲੋਰਸ ਦੇ 3 ਪ੍ਰਸਿੱਧ ਵਿਦਵਾਨ ਦੇ ਨਾਮ ਦੱਸੋ। ਫਲੋਰਸ ਦੇ ਵਿਦਵਾਨ ਇੱਕ ਨਗਰ ਹੈ ਜੋ ਇਟਲੀ ਦਾ, ਉਸ ਦੇ ਵਿਦਵਾਨ ਕਿਹੜੇ ਕਿਹੜੇ ਸੀ? ਦਾਂਤੇ, ਪੈਟਰਿਕ, ਬੋਕਾਸ਼ੀਓ ਅਤੇ ਮਕੈਵਲੀ। ਦਾਂਤੇ, ਪੈਟਰਿਕ, ਬੋਕਾਸ਼ੀਓ ਅਤੇ ਮਕੈਵਲੀ। ਅਗਲਾ ਹੈ ਜੀ ਦਾਂਤੇ ਦਾ ਜਨਮ ਕਦੋਂ ਅਤੇ ਉਸ ਦੀ ਪ੍ਰਸਿੱਧ ਰਚਨਾ ਕਿਹੜੀ ਸੀ? ਦਾਂਤੇ ਦਾ ਜਨਮ 1265 ਈਸਵੀ ਵਿੱਚ 1265 ਈਸਵੀ ਵਿੱਚ ਫਲੋਰਸ ਵਿੱਚ ਹੋਇਆ ਅਤੇ ਉਸ ਦੀ ਪ੍ਰਸਿੱਧ ਰਚਨਾ ਸੀ ਡਿਵਾਈਨ ਕਮੇਡੀ। ਡਿਵਾਈਨ ਕਮੇਡੀ। ਠੀਕ ਹੈ ਜੀ। ਡਿਵਾਈਨ ਕਮੇਡੀ ਦੇ ਕਿੰਨੇ ਭਾਗ ਨੇ? 3 ਭਾਗ ਨੇ ਜੀ। ਪੁੱਛ ਸਕਦੇ ਪੇਪਰ ਦੇ ਵਿੱਚ ਜੀ ਜੋ ਡਿਵਾਈਨ ਕਮੇਡੀ ਦੀ ਰਚਨਾ ਹੈ ਉਸ ਦੇ ਕਿੰਨੇ ਭਾਗ ਸਨ? 3। ਕਿਹੜੇ ਕਿਹੜੇ? ਨਰਕ, ਆਤਮ ਸ਼ੁੱਧੀ ਅਤੇ ਸਵਰਗ। ਨਰਕ, ਆਤਮ ਸ਼ੁੱਧੀ ਅਤੇ ਸਵਰਗ। ਅੱਗੇ ਹੈ ਜੀ ਇਟਲੀ ਕਵਿਤਾ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਇਟਲੀ ਦੀ ਜੋ ਕਵਿਤਾ ਹੈ ਉਸ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ ਜੀ ਦਾਂਤੇ ਨੂੰ। ਕਿਸ ਨੂੰ ਕਿਹਾ ਜਾਂਦਾ ਹੈ ਜੀ? ਦਾਂਤੇ ਨੂੰ। ਦਾਂਤੇ ਦੀਆਂ ਕਵਿਤਾਵਾਂ ਦੀ ਭਾਸ਼ਾ ਕਿਹੜੀ ਸੀ? ਦੇਖੋ ਜੀ ਸਭ ਤੋਂ ਪਹਿਲਾਂ ਜੋ ਇੱਕ ਇਨਸਾਨ ਹੋਇਆ ਉਹਨੇ ਆਪਣੀ ਭਾਸ਼ਾ ਵਿੱਚ ਇਸ ਦੀ ਵਰਤੋਂ ਕੀਤੀ ਹੈ। ਤਾਂ ਉਸਨੇ ਵਰਤੋਂ ਕੀਤੀ ਸੀ ਟਸਕਨ ਭਾਸ਼ਾ ਦੀ। ਕਿਸ ਦੀ ਭਾਸ਼ਾ? ਕਿਹੜੀ ਭਾਸ਼ਾ ਦੀ ਵਰਤੋਂ ਕੀਤੀ? ਟਸਕਨ ਭਾਸ਼ਾ ਜੋ ਕਿ ਇਟਲੀ ਦੀ ਆਪਦੀ ਭਾਸ਼ਾ ਸੀ। ਠੀਕ ਹੈ ਜੀ। ਟਸਕਨ ਭਾਸ਼ਾ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਕਿਰਪਾ ਕਰਕੇ ਤੁਸੀਂ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਚੈੱਕ ਕਰਿਓ, ਨੋਟ ਕਰਿਓ ਕੁਐਸਚਨ, ਤਾਂ ਜੋ ਤੁਹਾਨੂੰ ਇਹ ਕੁਐਸਚਨ ਸੌਖੇ ਲੱਗਣ। ਅੱਗੇ ਹੈ ਜੀ ਫਰਾਂਸਿਸ ਪੈਟਰਿਕ ਦਾ ਜਨਮ ਕਦੋਂ ਹੋਇਆ? ਫਰਾਂਸਿਸ ਪੈਟਰਿਕ ਦਾ ਜਨਮ ਹੋਇਆ ਸੀ ਜੀ 1304 ਵਿੱਚ ਫਲੋਰਸ ਵਿਖੇ। ਕਦੋਂ ਹੋਇਆ ਸੀ ਜੀ? 1304 ਈਸਵੀ ਨੂੰ ਫਲੋਰਸ ਵਿਖੇ। ਫਰਾਂਸਿਸ ਪੈਟਰਿਕ। ਅੱਗੇ ਹੈ ਜੀ ਪੈਟਰਿਕ ਨੂੰ ਕਿਸ ਉਮਰ ਵਿੱਚ ਮਹਾਕਾਵਿ ਲਿਖਿਆ? ਪੈਟਰਿਕ ਨੇ ਕਿਸ ਉੱਪਰ ਮਹਾਕਾਵਿ ਲਿਖਿਆ ਸੀ? ਤਾਂ ਮਹਾਕਾਵਿ ਲਿਖਿਆ ਸੀ ਜੀ ਰੋਮਨ ਜਰਨਲ ਸਿਪਾਇਓ ਐਫਰੀਕੈਂਸ। ਰੋਮਨ ਜਰਨਲ ਸਿਪਾਇਓ ਐਫਰੀਕੈਂਸ। ਅੱਗੇ ਹੈ ਜੀ ਪੈਟਰਿਕ ਨੂੰ ਪਹਿਲਾ ਆਧੁਨਿਕ ਮਨੁੱਖ ਕਿਸ ਨੇ ਕਿਹਾ? ਪੈਟਰਿਕ ਨੂੰ ਪਹਿਲਾ ਆਧੁਨਿਕ ਮਨੁੱਖ ਕਿਸ ਨੇ ਕਿਹਾ? ਕਿਸ ਨੇ ਕਿਹਾ ਸੀ? ਰੇ ਨਾਨੇ ਨੇ। ਰੇ ਨਾਨੇ ਨੇ ਕਿਹਾ ਸੀਗਾ ਜੀ। ਅੱਗੇ ਹੈ ਜੀ ਬੋਕਾਸ਼ੀਓ ਦਾ ਗੁਰੂ ਕੌਣ ਸੀ? ਬੋਕਾਸ਼ੀਓ ਦਾ ਗੁਰੂ ਸੀ। ਠੀਕ ਹੈ ਜੀ। ਬੋਕਾਸ਼ੀਓ ਦਾ ਗੁਰੂ ਕੌਣ ਸੀ? ਪੈਟਰਿਕ। ਠੀਕ ਹੈ ਜੀ। ਬੋਕਾਸ਼ੀਓ ਦਾ ਗੁਰੂ ਕੌਣ ਸੀ? ਪੈਟਰਿਕ। ਬੋਕਾਸ਼ੀਓ ਦਾ ਪੂਰਾ ਨਾਮ ਕੀ ਸੀਗਾ ਜੀ? ਬੋਕਾਸ਼ੀਓ ਦਾ ਪੂਰਾ ਨਾਮ ਸੀ ਗਿਓਨੀ ਬੋਕਾਸ਼ੀਓ। ਗਿਓਨੀ ਬੋਕਾਸ਼ੀਓ 14ਵੀਂ ਸਦੀ ਦੇ ਵਿੱਚ। ਠੀਕ ਹੈ ਜੀ। ਇਹ ਸਾਰੇ ਜਿੰਨੇ ਵੀ ਕਵੀ ਹੋਏ ਨੇ ਨਾ ਜੀ ਇਹ ਸਾਰੇ ਪੁਨਰ ਜਾਗਰਣ ਨਾਲ ਸੰਬੰਧਿਤ ਨੇ। ਸੋ ਸਾਡੇ ਜੋ ਚੈਪਟਰ ਹੈ SSC ਮਾਸਟਰ ਕੇਡਰ ਵਿੱਚ ਪੁਨਰ ਜਾਗਰਣ, ਇਸ ਲਈ ਸਾਨੂੰ ਇਹਨਾਂ ਦੀ ਨੌਲੇਜ ਹੋਣੀ ਬਹੁਤ ਹੀ ਜ਼ਰੂਰੀ ਹੈ। ਅੱਗੇ ਹੈ ਜੀ ਇਟਲੀ ਵਾਰਤਕ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਦੇਖੋ ਇੱਥੇ ਆਇਆ ਇਟਲੀ ਦਾ ਵਾਰਤਕ। ਠੀਕ ਹੈ। ਤਾਂ ਇਟਲੀ ਦਾ ਵਾਰਤਕ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਕਿਹਾ ਜਾਂਦਾ ਜੀ ਬੋਕਾਸ਼ੀਓ ਨੂੰ। ਬੋਕਾਸ਼ੀਓ ਨੂੰ। ਠੀਕ ਹੈ ਜੀ। ਇਟਲੀ ਦਾ ਜੋ ਪਿਤਾ ਹੈ ਵਾਰਤਕ ਦਾ ਉਹ ਬੋਕਾਸ਼ੀਓ ਹੈ। ਬੋਕਾਸ਼ੀਓ ਦੀ ਮਹਾਨ ਰਚਨਾ ਕਿਹੜੀ ਹੈ? ਦੀ ਕੈਮਰੋਨ। ਅਕਸਰ ਪੇਪਰਾਂ ਵਿੱਚ ਪੁੱਛ ਲਈ ਜਾਂਦੀ ਹੈ ਜੀ। ਪੁੱਛ ਲਿਆ ਜਾਂਦਾ ਦੀ ਕੈਮਰੋਨ ਕਿਸ ਦੀ ਕਵਿਤਾ ਹੈ? ਆਪਣਾ ਕਿਸ ਦੀ ਵਾਰਤਕ ਹੈ? ਤਾਂ ਇਹ ਹੈ ਬੋਕਾਸ਼ੀਓ ਦੀ। ਠੀਕ ਹੈ ਜੀ। ਦੀ ਕੈਮਰੋਨ ਕਿੰਨੀਆਂ ਕਹਾਣੀਆਂ ਦਾ ਸੰਗ੍ਰਹਿ ਹੈ? 100 ਇਟਲੀ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ। 100 ਇਤਾਲਵੀ ਕਹਾਣੀਆਂ ਦਾ ਸੰਗ੍ਰਹਿ ਹੈ। ਅੱਗੇ ਹੈ ਜੀ ਚੌਸਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ? ਚੌਸਰ ਦੀ ਪ੍ਰਸਿੱਧ ਰਚਨਾ ਹੈ ਜੀ ਕੈਂਟਰਬਰੀ ਟੇਲਜ਼। ਕੈਂਟਰਬਰੀ ਟੇਲਜ਼। ਅੱਗੇ ਹੈ ਜੀ ਮਕੈਵਲੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਮਕੈਵਲੀ ਦਾ ਜਨਮ ਹੋਇਆ ਸੀ 1469 ਈਸਵੀ ਨੂੰ ਫਲੋਰਸ ਵਿਖੇ ਜੋ ਕਿ ਇਟਲੀ ਦੇ ਵਿੱਚ ਹੈ। ਮਕੈਵਲੀ ਦੀ ਪ੍ਰਸਿੱਧ ਰਚਨਾ। ਮਕੈਵਲੀ ਦੀ ਜੋ ਪ੍ਰਸਿੱਧ ਰਚਨਾ ਹੈ ਬਹੁਤ ਹੀ ਇੰਪੋਰਟੈਂਟ ਹੈ। ਦ ਪ੍ਰਿੰਸ। ਠੀਕ ਹੈ ਜੀ। ਇਹ ਆਪਣੇ ਜੇ ਤੁਸੀਂ ਪੋਲ ਸਾਇੰਸ ਦੇ ਲੈਕਚਰਰ ਦਾ ਐਗਜ਼ਾਮ ਦਿਓਗੇ ਨਾ ਤਾਂ ਉਸ ਵਿੱਚ ਇਸ ਦਾ ਕੁਐਸਚਨ ਇਹ ਪੱਕਾ ਆਊਗਾ ਜੀ। ਦ ਪ੍ਰਿੰਸ।
ਮੁਕਾਬਲੇ ਦੀ ਇਟਲੀ ਦੀ ਰਚਨਾ ਜੋ ਮੁਕਾਬਲੇ ਨੇ ਇਟਲੀ ਵਿੱਚ ਰਚਨਾ ਕੀਤੀ ਸੀ ਸੈਂਡਰ ਗੋਲਾ ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਹੈ ਜੀ ਜਾਫਰੇ ਚੌਸਰ ਦਾ ਜਨਮ ਕਦੋਂ ਹੋਇਆ। ਜਾਫਰੇ ਚੌਸਰ ਦਾ ਜਨਮ ਹੋਇਆ ਸੀ ਜੀ, ਆਪਾਂ ਪੰਜਾਬੀ ਅਕਸਰ ਪਿਛਲਾ ਨਾਮ ਹੀ ਲੈਂਦੇ ਜੀ। ਚੌਸਰ ਦਾ ਜਨਮ ਹੋਇਆ 1304 ਈਸਵੀ ਵਿੱਚ। ਚੌਸਰ ਕਿਸ ਕਵੀ ਤੋਂ ਪ੍ਰਭਾਵਿਤ ਸੀ। ਬਕਾਸ਼ਕੀਓ ਤੋਂ। ਇਹ ਸਾਰੇ ਇੱਕ ਦੂਜੇ ਦੇ ਗੁਰੂ ਹੋਏ ਨੇ ਅਤੇ ਚੇਲੇ ਨੇ। ਟਾਮਸ ਮੂਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ। ਯੂਟੋਪੀਆ। ਟਾਮਸ ਮੂਰ ਕਿੱਥੋਂ ਦਾ ਸੀਗਾ। ਇੰਗਲੈਂਡ ਦਾ। ਅਤੇ ਉਹਦੀ ਪ੍ਰਸਿੱਧ ਰਚਨਾ ਕਿਹੜੀ ਸੀ। ਯੂਟੋਪੀਆ। ਕਿਹੜੀ ਰਚਨਾ ਸੀ ਜੀ। ਯੂਟੋਪੀਆ। ਐਡਮੰਡ ਸਪੈਂਸਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ। ਫੈਰੀ ਕੁਈਨ। ਫੈਰੀ ਕੁਈਨ ਕਿਸ ਦੀ ਰਚਨਾ ਹੈ। ਐਡਵਰਡ ਸਪੈਂਸਰ ਦੀ। ਅੱਗੇ ਹੈ ਜੀ, ਇਹ ਤੁਸੀਂ ਅਕਸਰ ਨਾਮ ਸੁਣਿਆ ਹੋਊਗਾ, ਵਿਲੀਅਮ ਸ਼ੇਕਸਪੀਅਰ ਦੀ ਪ੍ਰਸਿੱਧ ਰਚਨਾ ਜੂਲੀਅਸ ਸੀਜ਼ਰ। ਅੱਗੇ ਹੈ ਜੀ, ਸ਼ੇਕਸਪੀਅਰ ਦੇ ਕੁੱਲ ਨਾਟਕਾਂ ਦੀ ਸੰਖਿਆ ਕਿੰਨੀ ਹੈ। ਪੁੱਛ ਲਈ ਜਾਂਦੀ ਹੈ। 38 ਠੀਕ ਹੈ ਜੀ। ਸ਼ੇਕਸਪੀਅਰ ਨੇ ਕੁੱਲ ਕਿੰਨੇ ਨਾਟਕ ਲਿਖੇ। 38। ਸ਼ੇਕਸਪੀਅਰ ਦੇ ਨਾਟਕ ਕਿਹੜੇ ਕਿਹੜੇ ਸਨ। ਰੋਮੀਓ ਜੂਲੀਅਟ, ਹੈਮਲਟ ਅਤੇ ਮੈਕਬਥ। ਰੋਮੀਓ ਜੂਲੀਅਟ, ਹੈਮਲਟ ਅਤੇ ਮੈਕਬਥ। ਅੱਗੇ ਹੈ ਜੀ, ਇਰਾਮਸ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ। ਇਨ ਪ੍ਰੇਜ਼ ਆਫ ਫੋਲੀ। ਇਰਾਮਸ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ। ਇਨ ਪ੍ਰੇਜ਼ ਆਫ ਫੋਲੀ ਠੀਕ ਹੈ ਜੀ। ਸੋ ਦੋਸਤੋ, ਪਹਿਲੀ ਇਹ ਵੀਡੀਓ ਹੈ, ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਜੋ ਮੈਂ ਅੱਗੇ ਵੀਡੀਓ ਹੋਰ ਬਣਾ ਸਕਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।